ਪੰਜਾਬ ਦੇ ਵਿੱਚ ਮੁਸਲਮਾਨ ਤਕਰੀਬਨ 2% ਨੇ। ਇਹਨਾਂ ਦੇ ਜਿਹੜੇ ਮੁੱਢਲੇ ਮਸਾਇਲ ਸ਼ੁਰੂ ਤੋਂ ਰਹੇ ਉਹ ਤਾਂ ਇਹ ਹੁੰਦਾ ਸੀਗਾ ਕਿ ਕਬਰਸਤਾਨ ਜਿਹੜੇ ਉਹ ਰਿਜ਼ਰਵ ਨਹੀਂ ਸੀ, ਮਸਜਿਦਾਂ ਨੂੰ ਗ੍ਰਾਂਟ ਮੁਕੰਮਲ ਨਹੀਂ ਸੀ। ਜਿਸ ਤਰ੍ਹਾਂ ਜਦੋਂ ਵੀ ਵਕਫ ਬੋਰਡ ਦੀ ਜ਼ਮੀਨ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਅਸੀਂ 99 ਸਾਲਾ ਪੱਟੇ ਤੇ ਇਸ ਜ਼ਮੀਨ ਨੂੰ ਲੈ ਲਿਆ, ਔਰ ਖਾਸ ਕਰਕੇ ਬਹੁਤ ਸਾਰੇ ਗੁੱਜਰ ਭਾਈਚਾਰੇ ਦੇ ਲੋਕ ਨੇ ਜਿਹੜੇ ਉਸ ਜ਼ਮੀਨ ਤੇ ਬੈਠੇ ਹੋਏ ਨੇ ਤੇ ਉਹ ਕਹਿੰਦੇ ਕਿ ਅਸੀਂ 99 ਸਾਲਾ ਪੱਟੇ ਤੇ ਲੈ ਲਿਆ। ਇਹ 99 ਸਾਲਾ ਪੱਟਾ ਕੀ ਹੁੰਦਾ, ਸਾਡੇ ਦਰਸ਼ਕਾਂ ਨੂੰ ਸਮਝਾਓ। ਮਿਸਾਲ ਦੇ ਤੌਰ ਤੇ ਤੁਸੀਂ 1 ਕਿੱਲਾ ਜਗ੍ਹਾ ਇਹ ਕਿਹਾ ਵੀ ਮੈਂ ਰੱਬ ਦੇ ਨਾਂ ਤੇ ਦੇ ਰਿਹਾ, ਰੱਬ ਦੇ ਨਾਂ ਤੇ ਦੇ ਰਿਹਾ, ਤਾਂ ਉਸ ਦਿਨ ਤੋਂ ਫਰਦ ਤੇ ਲਿਖਿਆ ਗਿਆ ਕਿ ਇਹ ਵਕਫ ਹੋਗੀ, ਮਤਲਬ ਇਹਦੀ ਰਜਿਸਟਰੀ ਨਹੀਂ ਹੋ ਸਕਦੀ, ਇਹ ਵਿਕ ਨਹੀਂ ਸਕਦੀ। ਮਸ਼ਹੂਰ ਹੋ ਗਿਆ ਕਿ ਵੀ ਆ ਜਿੱਦਾਂ ਕੋਈ ਫਿਕਰਾ ਬਣ ਗਿਆ ਜੀ ਮੇਰੇ ਕੋਲ 99 ਸਾਲ ਦਾ ਕੋਈ ਪਤਾ ਨਹੀਂ ਹੁੰਦਾ। ਜਿਹੜੇ ਲੋਕ ਇਹ ਕਹਿੰਦੇ ਉਹ ਕਦੀ ਆਪਣੇ ਡਾਕੂਮੈਂਟ ਖੋਲ ਕੇ ਦੇਖਣਗੇ, ਕੋਈ ਲੀਜ਼ ਆਰਡਰ ਹੁੰਦਾ ਕਿ ਵੀ ਇਹ ਜਗ੍ਹਾ ਤੁਹਾਨੂੰ ਕਿਰਾਏ ਦੇ ਉੱਤੇ। ਆਪਣੇ ਸਿੱਖਿਆ ਜਿਹੜੀ ਆਧੁਨਿਕ ਦੇਣੀ ਉਹਦੇ ਨਾਲ ਆਪਣੇ ਧਰਮ ਦੇ ਨਾਲ ਜੋੜਨਾ ਹੈ। ਧਰਮ ਨਹੀਂ ਉਹਨਾਂ ਨੂੰ ਮਾਪਿਓ ਦਾ ਸਤਿਕਾਰ, ਧਰਮ ਨਹੀਂ ਇਨਸਾਨੀਅਤ ਦੀ ਹਮਦਰਦੀ, ਧਰਮ ਨਹੀਂ ਹਲਾਲ ਹਰਾਮ ਦੀ ਤਮੀਜ਼ ਜਿਹੜੀ ਇਹਨਾਂ ਬੱਚਿਆਂ ਨੂੰ। ਕਿ ਕੱਲਾ ਇਹ ਨਾ ਰੋਇਆ ਕਰੋ ਵੀ ਸਾਡੇ ਨਿਆਣੇ ਵੱਡੇ ਵੱਡੇ ਅਫਸਰ ਬਣ ਜਾਣ, ਵੱਡੇ ਅਫਸਰ ਜ਼ਰੂਰ ਬਣ ਜਾਣ, ਲੇਕਿਨ ਇਹ ਆਪਣੇ ਧਰਮ ਅਧੀਨ ਰਹਿਣਗੇ ਤਾਈਓ ਫਿਰ ਇਹ ਤੁਹਾਡੇ ਅਧੀਨ ਰਹਿਣਗੇ। ਜੇ ਇਕੱਲੇ ਸਿਰਫ ਪ੍ਰੋਫੈਸ਼ਨਲ ਅਧੀਨ ਹੋਏ ਫਿਰ ਤੁਹਾਡੇ ਕੰਮ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਸਨ 1954 'ਚ ਜਦੋਂ ਦਿੱਲੀ ਆਏ ਤੇ ਬਤੌਰ ਮੁਸਲਮਾਨ ਪੰਜਾਬੀ ਹੋਣ ਦੇ ਨਾਤੇ ਜਿਹੜਾ ਪਹਿਲਾ ਮੰਗ ਪੱਤਰ ਉਹਨਾਂ ਨੂੰ ਦਿੱਤਾ ਉਹ ਇਹ ਦਿੱਤਾ ਸੀ ਕਿ ਸਿੱਖਾਂ ਦੇ ਜਿਹੜੇ ਗੁਰੂ ਧਾਮ ਉੱਥੇ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਆਬਾਦ ਰੱਖਿਆ ਜਾਵੇ ਤੇ ਇਹਨਾਂ ਨੂੰ ਉੱਥੇ ਜਾਣ ਲਈ ਵੀਜ਼ਾ ਫ੍ਰੀ ਜਿਹੜਾ ਇਹ 1954 ਦਾ ਮੈਂ ਤੁਹਾਨੂੰ ਸਾਡੇ ਵੱਲੋਂ ਦਿੱਤਾ ਹੋਇਆ ਮੁਤਾਲਬਾ ਜਿਹੜਾ ਉਹ ਦੱਸਣਾ ਚਾਹੁੰਦਾ। ਪੂਰੇ ਦੇਸ਼ ਦੇ ਵਿੱਚ ਬਹੁਤ ਵੱਡੇ ਲੀਡਰ ਮੰਨਿਆ ਜਾਂਦਾ ਹੈ, ਕਹਿੰਦੇ ਕਿ ਉਹ ਮੁਸਲਮਾਨਾਂ ਦੀ ਗੱਲ ਕਰਦੇ, ਉਹਨਾਂ ਹੱਕਾਂ ਦੀ ਗੱਲ ਕਰਦੇ, ਤੁਸੀਂ ਕਿਸ ਤਰ੍ਹਾਂ ਦੇ? ਦੇਖੋ ਅਵੈਸੀ ਸਾਹਿਬ ਦੀ ਜਿਹੜੀ ਹੁਣ ਤੱਕ ਕਾਰਜ ਪ੍ਰਣਾਲੀ ਹੈ, ਅਗਰ ਤੁਸੀਂ ਇਤਮੀਨਾਨ ਨਾਲ ਉਸ ਬੰਦੇ ਦੀਆਂ ਗੱਲਾਂ ਸੁਣੋਗੇ ਤਾਂ ਸਾਰੀਆਂ ਗੱਲਾਂ ਢੁਕਵੀਆਂ ਔਰ ਕਿਸੇ ਧਰਮ ਦੇ ਖਿਲਾਫ ਨਹੀਂ। ਦੇ ਵਿੱਚ ਜਦੋਂ ਵੀ ਭਾਈਚਾਰਕ ਸਾਂਝ ਦੀ ਗੱਲ ਹੁੰਦੀ ਹੈ ਤਾਂ ਸ਼ਾਹੀ ਇਮਾਮ ਪੰਜਾਬ ਦਾ ਨਾਮ ਹਮੇਸ਼ਾ ਸੁਰਖੀਆਂ ਦੇ ਵਿੱਚ ਆਉਂਦਾ ਹੈ। ਜਦੋਂ ਕੋਈ ਸਿੱਖਾਂ ਦੀ ਕਿਤੇ ਮਸਲੇ ਦੀ ਗੱਲ ਹੁੰਦੀ ਹੈ ਜਾਂ ਹਿੰਦੂ ਭਾਈਚਾਰੇ ਦੇ ਮਸਲੇ ਦੀ ਗੱਲ ਹੁੰਦੀ ਹੈ ਤਾਂ ਜਿਹੜੇ ਸ਼ਾਹੀ ਇਮਾਮ ਪੰਜਾਬ ਨੇ ਉਹ ਹਮੇਸ਼ਾ ਹੀ ਸਰਬ ਸਾਂਝੀ ਵਾਰਤਾ ਦੀ ਗੱਲ ਕਰਦੇ ਨੇ, ਤਾਂ ਹਮੇਸ਼ਾ ਉਹਨਾਂ ਦਾ ਜਿਹੜਾ ਸਾਥ ਦਿੰਦੇ ਨੇ। ਚਾਹੇ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਜਾਵੇ ਜਾਂ ਹੋਰ ਮਸਲਿਆਂ ਦੀ, ਪੰਜਾਬ ਦੇ ਮਸਲਿਆਂ ਦੀ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਸ਼ਾਹੀ ਇਮਾਮ ਜਿਹੜੇ ਪੰਜਾਬ ਦੇ ਨੇ ਉਹ ਅੱਗੇ ਆਏ ਨੇ ਤੇ ਉਹਨਾਂ ਨੇ ਜਿਹੜੀ ਆਪਸੀ ਭਾਈਚਾਰਕ ਸਾਂਝ ਦੀ ਗੱਲ ਕੀਤੀ ਹੈ। ਸ਼ਾਹੀ ਇਮਾਮ ਹੋਣੀ ਅੱਜ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਤਮਾਮ ਮੁੱਦਿਆਂ ਦੇ ਉੱਪਰ। ਸ਼ਾਹੀ ਜੀ ਬਹੁਤ ਬਹੁਤ ਸਵਾਗਤ। ਬਹੁਤ ਧੰਨਵਾਦ ਸਰ। ਪਹਿਲਾ ਸਵਾਲ ਮੇਰਾ ਇਹੋ ਹੀ ਹੈ ਕਿ ਜਦੋਂ ਆਪਾਂ ਪੰਜਾਬ ਦੇ ਮੁਸਲਮਾਨਾਂ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਆਬਾਦੀ ਬਹੁਤ ਘੱਟ ਹੈਗੀ ਹੈ, ਬਹੁਤ ਸਾਰੇ ਮਸਲੇ ਨੇ ਪੰਜਾਬ ਦੇ ਮੁਸਲਮਾਨਾਂ ਦੇ। ਕੀ ਮਸਲੇ ਨੇ ਔਰ ਕੀ ਉਹਨਾਂ ਨੂੰ ਮੁੱਢਲੀਆਂ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ? ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸ਼ੁਰੂ ਅੱਲਾਹ ਤਾਲਾ ਦੇ ਨਾਂ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ। ਪੰਜਾਬ ਦੇ ਵਿੱਚ ਮੁਸਲਮਾਨ ਤਕਰੀਬਨ 2% ਨੇ। ਇਹਨਾਂ ਦੇ ਜਿਹੜੇ ਮੁੱਢਲੇ ਮਸਾਇਲ ਸ਼ੁਰੂ ਤੋਂ ਰਹੇ ਉਹ ਤਾਂ ਇਹ ਹੁੰਦਾ ਸੀਗਾ ਕਿ ਕਬਰਸਤਾਨ ਜਿਹੜੇ ਉਹ ਰਿਜ਼ਰਵ ਨਹੀਂ ਸੀ, ਮਸਜਿਦਾਂ ਨੂੰ ਗ੍ਰਾਂਟ ਮੁਕੰਮਲ ਨਹੀਂ ਸੀ, ਔਰ ਸਿੱਖਿਆ ਪੱਧਰ ਦਾ ਇੱਕ ਬਹੁਤ ਵੱਡਾ ਮਸਲਾ ਸੀ ਵੀ ਸਿੱਖਿਆ ਪੱਧਰ ਨੂੰ ਕਿਸ ਤਰ੍ਹਾਂ ਇਹਨਾਂ ਨੂੰ ਉੱਤੇ ਚੱਕਿਆ ਜਾਵੇ, ਕਿਉਂਕਿ ਜਿਹੜੇ ਲੋਕ ਗਰੀਬੀ ਲਾਈਨ ਤੋਂ ਨੀਚੇ ਸੀ ਵੀ ਉਹਨਾਂ ਨੂੰ ਕਿੱਦਾਂ ਅੱਗੇ ਲਿਆਇਆ ਜਾਏ। ਤੇ ਮੈਂ ਬੜੇ ਸ਼ਾਹੀ ਇਮਾਮ ਸਾਹਿਬ ਤੇ ਉਹਨਾਂ ਤੋਂ ਵੀ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਦੇ ਸਮੇਂ ਤੋਂ ਮੈਂ ਦੇਖਦਾ ਆਇਆ ਬਚਪਨ ਤੋਂ ਕਿ ਜਿਸ ਤਰ੍ਹਾਂ ਸਮਾਂ ਗੁਜ਼ਰਦਾ ਰਿਹਾ ਤੇ NGO ਪੱਧਰ ਤੇ ਵੀ ਜਿੰਨੇ ਵੀ ਜ਼ਿਲ੍ਹਿਆਂ 'ਚ ਜਾਂ ਪਿੰਡਾਂ 'ਚ ਮੁਸਲਮਾਨ ਨੇ ਉੱਥੇ ਦੀ ਜਿਹੜੀ ਆਪਸੀ ਭਾਈਚਾਰਕ ਸਾਂਝ ਦਾ ਤਾਨਾ ਬਾਨਾ ਹੈ, ਜਿਹਨੂੰ ਅਸੀਂ ਪੰਜਾਬ ਦੀ ਰਵਾਇਤ ਕਹਿੰਦੇ, ਜਿਹੜੀ ਪੰਜਾਬ ਦੀਆਂ ਮੁਹੱਬਤਾਂ ਨੇ, ਜਾਂ ਇਸ ਕਹੋ ਕਿ ਜਿਹੜੀ ਸਿੱਖਿਆਵਾਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਪੰਜਾਬ ਦੀ ਮਿੱਟੀ ਦੇ ਵਿੱਚ ਬੀਜੀਆਂ ਨੇ, ਜਿਹੜੀਆਂ ਅੱਜ ਤੱਕ ਫਲ ਦੇ ਰਹੀਆਂ ਨੇ। ਤੇ ਉਹਦੇ ਤੋਂ ਇਹ ਮਹਿਸੂਸ ਹੋਇਆ ਕਿ ਹਮੇਸ਼ਾ ਇਹਨਾਂ ਲੋਕਾਂ ਨੇ ਸਰਵਾਈਵ ਦੀ ਕੋਸ਼ਿਸ਼ ਕੀਤੀ ਔਰ ਅੱਜ ਬੜੀ ਹੱਦ ਤੱਕ ਜਿਹੜੇ ਹੈ ਇਹ ਸਾਰੇ ਮਸਾਇਲ ਜਿਹੜੇ ਹੈ ਤਕਰੀਬਨ 60-65% ਜਿਹੜੇ ਉਹ ਤਕਰੀਬਨ ਹੱਲ ਦੇ ਜਿਹੜੇ ਨਜ਼ਦੀਕ ਪਹੁੰਚੇ ਹੋਏ ਨੇ। ਜਿਸ
ਜਿਸ ਤਰ੍ਹਾਂ ਜਦੋਂ ਵੀ ਵਕਫ ਬੋਰਡ ਦੀ ਜ਼ਮੀਨ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਅਸੀਂ 99 ਸਾਲਾ ਪੱਟੇ ਤੇ ਇਸ ਜ਼ਮੀਨ ਨੂੰ ਲੈ ਲਿਆ, ਔਰ ਖਾਸ ਕਰਕੇ ਬਹੁਤ ਸਾਰੇ ਗੁੱਜਰ ਭਾਈਚਾਰੇ ਦੇ ਲੋਕ ਨੇ ਜਿਹੜੇ ਉਸ ਜ਼ਮੀਨ ਤੇ ਬੈਠੇ ਹੋਏ ਨੇ ਤੇ ਉਹ ਕਹਿੰਦੇ ਕਿ ਅਸੀਂ 99 ਸਾਲਾ ਪੱਟੇ ਤੇ ਲੈ ਲਿਆ। ਇਹ 99 ਸਾਲਾ ਪੱਟਾ ਕੀ ਹੁੰਦਾ, ਸਾਡੇ ਦਰਸ਼ਕਾਂ ਨੂੰ ਸਮਝਾਓ ਥੋੜਾ। ਦੇਖੋ, ਜਿਹੜੀ ਪਹਿਲਾਂ ਤਾਂ ਇਹ ਸਮਝ ਲਓ ਕਿ ਵਕਫ ਕਿਹਨੂੰ ਕਹਿੰਦੇ। ਵਕਫ ਕਹਿੰਦੇ ਮਿਸਾਲ ਦੇ ਤੌਰ ਤੇ ਤੁਸੀਂ 1 ਕਿੱਲਾ ਜਗ੍ਹਾ ਇਹ ਕਿਹਾ ਵੀ ਮੈਂ ਰੱਬ ਦੇ ਨਾਂ ਤੇ ਦੇ ਰਿਹਾ, ਰੱਬ ਦੇ ਨਾਂ ਤੇ ਦੇ ਰਿਹਾ, ਤਾਂ ਉਸ ਦਿਨ ਤੋਂ ਫਰਜ਼ ਤੇ ਲਿਖਿਆ ਹੀ ਗਿਆ ਕਿ ਇਹ ਵਕਫ ਹੋਗੀ, ਮਤਲਬ ਇਹਦੀ ਰਜਿਸਟਰੀ ਨਹੀਂ ਹੋ ਸਕਦੀ, ਇਹ ਵਿਕ ਨਹੀਂ ਸਕਦੀ। ਇਹਦਾ ਜੋ ਵੀ ਸਾਲਾਨਾ ਪਟਾ ਆਊਗਾ ਜਾਂ ਜੋ ਵੀ ਇੱਥੇ ਇਹਨੂੰ ਕਿਰਾਏ ਤੇ ਲਏਗਾ, ਉਹਦੇ ਕਿਰਾਇਆ ਜਿਹੜਾ ਉਸ ਪੈਸੇ ਨਾਲ ਗਰੀਬ ਲੋਕਾਂ ਦੀ ਜਿਹੜੀ ਉਹ ਮਦਦ ਕੀਤੀ ਜਾਏ, ਇਹਨੂੰ ਅਸੀਂ ਵਕਫ ਕਹਿੰਦੇ ਹਾਂ। ਤੇ ਜਿੰਨੀਆਂ ਇਸਲਾਮੀ ਵਕਫ ਪ੍ਰਾਪਰਟੀਆਂ ਹੈ ਉਹਦੇ ਲਈ ਹੁਕਮ ਹੈ ਕਿ ਵੀ ਇਹਨਾਂ ਦੇ ਨਾਲ ਗਰੀਬ ਪੈਸੇ ਦੇ ਨਾਲ ਮਸਜਿਦਾਂ ਦਾ ਪ੍ਰਬੰਧ ਕੀਤਾ ਜਾਵੇ, ਯਤੀਮਖਾਨਿਆਂ ਦਾ ਪ੍ਰਬੰਧ ਕੀਤਾ ਜਾਵੇ, ਬੇਵਾ ਔਰਤਾਂ ਨੂੰ ਕੁਝ ਦਿੱਤਾ ਜਾਵੇ ਜਾਂ ਹਸਪੀਟਲ ਬਣਾਏ ਜਾਣ। ਤੇ ਹੁਣ ਬਹੁਤ ਸਾਰੇ ਲੋਕ ਕਹਿੰਦੇ ਵੀ 99 ਸਾਲ ਦਾ ਪਟਾ ਮਿਲ ਗਿਆ। 99 ਸਾਲ ਦਾ ਪਟਾ ਇੱਕ ਗੱਲ ਚੱਲ ਪਈ ਇੱਕ ਛੋਟੀ ਜਿਹੀ ਕਿ ਵੀ ਲੋਕਾਂ ਨੇ ਇੱਕ ਜਿੱਦਾਂ ਆਪਾਂ ਕਹਿੰਦੇ ਨਾ ਵੀ ਕੋਈ ਮਸ਼ਹੂਰ ਹੋ ਗਿਆ ਕਿ ਵੀ ਆ ਜਿੱਦਾਂ ਕੋਈ ਫਿਕਰਾ ਬਣ ਗਿਆ ਜੀ ਮੇਰੇ ਕੋਲ 99 ਸਾਲ ਦਾ ਕੋਈ ਪਟਾ ਨਹੀਂ ਹੁੰਦਾ। ਜਿਹੜੇ ਲੋਕ ਇਹ ਕਹਿੰਦੇ ਉਹ ਕਦੀ ਆਪਣੇ ਡਾਕੂਮੈਂਟ ਖੋਲ ਕੇ ਦੇਖਣਗੇ, ਕੋਈ ਲੀਜ਼ ਆਰਡਰ ਹੁੰਦਾ ਕਿ ਵੀ ਇਹ ਜਗ੍ਹਾ ਤੁਹਾਨੂੰ ਕਿਰਾਏ ਦੇ ਉੱਤੇ ਦਿੱਤੀ ਗਈ ਹੈ ਔਰ ਉਸ ਵਕਤ ਤੱਕ ਉਹ ਲੀਜ਼ ਆਰਡਰ ਜਿਹੜਾ ਹੈ ਉਹ ਕਾਬਿਲ ਕਬੂਲ ਹੈ ਜਦ ਤੱਕ ਤੁਸੀਂ ਹਰ ਸਾਲ ਉਹਦਾ ਕਿਰਾਇਆ ਦਿੰਦੇ ਪਏ ਹੋ। ਤੇ ਇਸ ਲਈ ਇਹ ਜਿਹੜੀ ਗੱਲ ਹੈ 99 ਸਾਲ ਵਾਲੇ ਪੱਟੇ ਦੀ, ਬਹੁਤ ਸਾਰੇ ਲੋਕ ਅਦਾਲਤ 'ਚ ਤਾਂ ਹੀ ਮੁਕੱਦਮਾ ਹਾਰ ਜਾਂਦੇ ਨੇ ਔਰ ਫਿਰ ਬੋਰਡ ਜਿਹੜਾ ਉਹਨਾਂ ਦੀ ਜਗ੍ਹਾ ਕਿਸੇ ਹੋਰ ਦੇ ਨਾਮ ਉਹ ਪੱਟਾ ਜਿਹੜਾ ਉਹ ਕਰ ਦਿੰਦਾ ਹੈ। ਇੱਕ ਹੋਰ ਗੱਲ ਸਾਡੇ ਦਰਸ਼ਕਾਂ ਨੂੰ ਸਮਝਾਓ ਕਿ ਜਿਹੜੀ ਲੀਜ਼ ਦੀ ਤੁਸੀਂ ਗੱਲ ਕੀਤੀ ਹੈ ਕਿ ਵਕਫ ਬੋਰਡ ਦੀ ਜ਼ਮੀਨ ਕੋਈ ਲੀਜ਼ ਤੇ ਲੈਂਦਾ ਹੈ, ਉਹ ਕੌਣ ਲੀਜ਼ ਤੇ ਲੈ ਸਕਦਾ ਔਰ ਕੀ ਪ੍ਰੋਸੈਸ ਉਹਦਾ ਹੁੰਦਾ ਹੈ? ਵਕਫ ਬੋਰਡ ਦੀ ਜਗ੍ਹਾ ਕੋਈ ਵੀ ਬੰਦਾ ਲੀਜ਼ ਤੇ ਲੈ ਸਕਦਾ, ਉਹਦੇ ਲਈ ਕੋਈ ਧਰਮ ਦੀ ਕੈਦ ਨਹੀਂ ਹੈ। ਉਹਨੂੰ ਆਪਣੇ ਜ਼ੋਨਲ ਆਫਿਸ 'ਚ ਵਕਫ ਬੋਰਡ ਦੇ ਦਫ਼ਤਰ ਪੂਰੇ ਪੰਜਾਬ ਦੇ ਵਿੱਚ ਹੈ, ਹਰ ਡਿਸਟ੍ਰਿਕਟ ਦਾ ਸਟੇਟ ਅਫਸਰ ਹੁੰਦਾ, RC ਹੁੰਦੇ ਨੇ ਤੇ ਉਹ ਕਿਸੇ ਵੀ ਜਾ ਕੇ ਲੈ ਸਕਦੇ ਹੋ। ਹੁਣ ਉਹਦੇ 'ਚ ਇਹ ਕਰਤਾ ਪਾਰਦਰਸ਼ਤਾ ਲਿਆਉਣ ਦੇ ਲਈ ਕਿ ਜਦੋਂ ਤੁਸੀਂ ਸਾਡੇ ਕੋਲ ਕੋਈ ਜਗ੍ਹਾ ਵਕਫ ਦੀ ਲੀਜ਼ ਤੇ ਮੰਗੋਗੇ ਤੇ ਇੱਕ ਇਸ਼ਤਿਹਾਰ ਜ਼ਰੂਰ ਲੋਕਲ ਅਖਬਾਰ 'ਚ ਜਿੱਦਾਂ ਵੀ ਜੋ ਵੀ ਮਸ਼ਹੂਰ ਅਖਬਾਰ ਨੇ ਪੰਜਾਬ ਦੇ ਉਹਨਾਂ 'ਚ ਦਿੱਤਾ ਜਾਂਦਾ ਔਰ ਬੋਲੀ ਲਾਈ ਜਾਂਦੀ ਹੈ ਕਿਰਾਏ ਦੀ, ਤੇ ਜਿਹੜਾ ਵੀ ਬੰਦਾ ਉਹ ਬੋਲੀ ਬੋਲ ਦਿੰਦਾ ਤੇ ਉਹਨੂੰ ਅਸੀਂ ਉਹ ਜਗ੍ਹਾ ਜਿਹੜੀ ਉਹ ਲੀਜ਼ ਦੇ ਉੱਤੇ ਦੇ ਦਿੰਦੇ। ਆਮ ਤੌਰ ਤੇ ਆਪਾਂ ਦੇਖਿਆ ਸ਼ਾਹੀ ਇਮਾਮ ਸਾਹਿਬ ਕਿ ਬਹੁਤ ਸਾਰੀਆਂ ਵਕਫ ਬੋਰਡ ਦੀਆਂ ਜ਼ਮੀਨਾਂ ਨਜਾਇਜ਼ ਕਬਜ਼ਿਆਂ ਦੀਆਂ ਭੇਟ ਚੜੀਆਂ ਹੋਈਆਂ ਨੇ, ਸਮੇਂ-ਸਮੇਂ ਤੇ ਉਸ ਨੂੰ ਲੈ ਕੇ ਕਬਜ਼ਾ ਮੁਕਤ ਕਰਨ ਦੀ ਗੱਲ ਵੀ ਆਉਂਦੀ ਹੈਗੀ, ਪਰ ਬਹੁਤ ਸਾਰੇ ਪਿੰਡ ਨੇ ਜਿੱਥੇ ਸੈਂਕੜੇ ਏਕੜ ਜ਼ਮੀਨ ਇਕੱਠੀ ਹੁੰਦੀ ਹੈ ਔਰ ਵਕਫ ਬੋਰਡ ਦੀ ਹੁੰਦੀ ਹੈ, ਜਾਂ ਕਈ ਪਿੰਡਾਂ 'ਚ ਹੁੰਦੇ ਜਾਂ ਵੱਡੇ ਧਨਾਡਾਂ ਤੋਂ ਉਹਨਾਂ ਦੇ ਕਬਜ਼ੇ ਹੈਗੇ। ਉਹਦੇ ਲਈ ਵੀ ਕੋਈ ਇਹ ਪੂਰੇ ਭਾਰਤ ਦੇ ਵਿੱਚ ਇਹੀ ਹਾਲਤ ਸੀ ਤੇ ਉਹਦੇ ਲਈ ਪਿਛਲੇ ਕਈ ਸਾਲਾਂ ਤੋਂ ਵਕਫ ਟ੍ਰਿਬਿਊਨਲ ਜਿਹੜੇ ਉਹ ਬਣਾ ਦਿੱਤੇ ਗਏ, ਅਦਾਲਤਾਂ ਬਣਾ ਦਿੱਤੀਆਂ ਗਈਆਂ ਅਲੱਗ ਤੋਂ ਔਰ ਬੜੀ ਤੇਜ਼ੀ ਦੇ ਨਾਲ ਐਸੇ ਕਬਜ਼ੇ ਜਿਹੜੇ ਉਹ ਰਿਮੂਵ ਹੋ ਰਹੇ ਨੇ, ਜਾਂ ਤਾਂ ਉਹ ਫਿਰ ਕਿਰਾਇਆ ਦੇਣਗੇ ਜਾਂ ਉਹਨਾਂ ਨੂੰ ਉਹ ਜਗ੍ਹਾ ਜਿਹੜੀ ਹੈ ਵਕਫ ਬੋਰਡ ਨੂੰ ਵਾਪਸ ਕਰਨੀ ਹੋਵੇਗੀ। ਸਰ ਮੇਰਾ ਇੱਕ ਅਹਿਮ ਸਵਾਲ ਹੈਗਾ, ਆਮ ਲੋਕਾਂ 'ਚ ਕਈ ਵਾਰ ਅਸੀਂ ਧਾਰਨਾ ਸੁਣਦੇ ਹਾਂ, ਕੋਈ ਅਸੀਂ ਪੁਸ਼ਟੀ ਨਹੀਂ ਇਸ ਗੱਲ ਦੀ ਕਰਦੇ ਕਿ ਕਹਿੰਦੇ ਕਿ ਵਕਫ ਬੋਰਡ ਦੀ ਜਿਹੜੀ ਜ਼ਮੀਨ ਆ ਉਹਦੀ ਜਿਹੜੀ ਆਮਦਨ ਆ ਜੀ ਪਾਕਿਸਤਾਨ ਨੂੰ ਜਾਂਦੀ ਆ। ਨਹੀਂ, ਪਾਕਿਸਤਾਨ ਦਾ ਇਸ ਵਕਫ ਬੋਰਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸ਼ੁੱਧ ਪੰਜਾਬ ਸਰਕਾਰ ਦਾ ਇਦਾਰਾ ਹੈ, ਸੈਮੀ ਗਵਰਨਮੈਂਟ ਇਦਾਰਾ ਹੈ। ਗਵਰਨਮੈਂਟ ਇਹਦੇ ਉੱਤੇ ਐਡਮਿਨਿਸਟ੍ਰੇਟਰ ਲਾਉਂਦੀ ਹੈ ਜਾਂ ਮੈਂਬਰ ਲਾਉਂਦੀ ਹੈ ਜਾਂ ਚੇਅਰਮੈਨ ਲਾਉਂਦੀ ਤੇ ਇਹਦੀ ਸਿੱਧੀ ਆਮਦਨੀ ਜਿਹੜੀ ਹੈ ਸਰਕਾਰ ਦੇ ਖਾਤੇ ਜਮ੍ਹਾਂ ਹੁੰਦੀ ਹੈ ਔਰ ਉੱਥੋਂ ਸਿੱਧਾ ਫਿਰ ਜਿਹੜੀਆਂ ਮਸਜਿਦਾਂ ਨੂੰ ਅਸੀਂ ਮੰਥਲੀ ਏਡ ਦਿੰਦੇ ਹਾਂ ਜਾਂ ਬੇਵਾਵਾਂ ਨੂੰ ਦਿੰਦੇ ਹਾਂ ਜਾਂ ਕੋਈ ਸਕੂਲ ਜਾਂ ਕਾਲਜ ਚਲਾ ਰਹੇ ਉੱਥੇ ਪੈਸਾ ਖਰਚ ਹੁੰਦਾ ਹੈ। ਪੰਜਾਬ 'ਚ ਦੇਖੀਏ ਕਿ ਜਿਹੜੀ ਮੁਸਲਮਾਨ ਜੀ ਹੈਗੇ ਆ ਮਦਰਾਸੇ ਆ ਉਹ ਵੀ ਬਹੁਤ ਘੱਟ ਹੈਗੇ ਆ, ਐਜੂਕੇਸ਼ਨ ਪ੍ਰਣਾਲੀ 'ਚ ਜਿਹੜੇ ਵੱਡੇ ਸੁਧਾਰਾਂ ਦੀ ਲੋੜ ਹੈਗੀ ਆ, ਉਹਦੇ ਵਾਸਤੇ ਤੁਹਾਡੇ ਵੱਲੋਂ ਕੀ ਉਪਰਾਲੇ ਹੋ ਰਹੇ ਆ? ਅਸੀਂ ਲਗਾਤਾਰ ਪਹਿਲਾਂ ਤਾਂ ਇਹ ਤੁਹਾਨੂੰ ਮੈਂ ਦੱਸਦਾ ਚੱਲਾਂ ਕਿ ਮੁਸਲਮਾਨ ਜਿਹੜੇ ਹੈ ਧਾਰਮਿਕ ਸਿੱਖਿਆ ਨੂੰ ਲੈ ਕੇ ਸ਼ੁਰੂ ਤੋਂ ਹੀ ਮੁੱਢ ਤੋਂ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਦੇ ਵਕਤ ਤੋਂ ਹੀ ਧਾਰਮਿਕ ਸਿੱਖਿਆ ਨੂੰ ਲੈ ਕੇ ਬੜੇ ਸਤਰਕ ਰਹੇ ਨੇ। ਤੁਸੀਂ ਦੁਨੀਆ ਦੀ ਕਿਸੇ ਵੀ ਮਸਜਿਦ 'ਚ ਚਲੇ ਜਾਓਗੇ ਉੱਥੇ ਨਮਾਜ਼ ਤਾਂ ਹੋ ਰਹੀ ਹੋਏਗੀ ਲੇਕਿਨ ਨਮਾਜ਼ ਤੋਂ ਇਲਾਵਾ ਬੱਚੇ ਪੜ੍ਹਨ ਵੀ ਆਉਣਗੇ। ਤੇ ਜਿੱਥੇ ਤੱਕ ਮੁਸਲਮਾਨਾਂ ਦੀ ਧਾਰਮਿਕ ਸਿੱਖਿਆ ਦੀ ਗੱਲ ਸੀ ਉਹ ਤਾਂ ਸਾਰੀ ਮਸਜਿਦਾਂ 'ਚ ਟਾਈਮ ਟੂ ਟਾਈਮ ਹੋ ਰਹੀ ਹੈ। ਹੁਣ ਪਿਛਲੇ 2-4 ਦਹਾਕਿਆਂ ਤੋਂ ਪਿਛਲੇ 25-30 ਸਾਲਾਂ ਤੋਂ ਇਹ ਮਹਿਸੂਸ ਕੀਤਾ ਗਿਆ ਕਿ ਮੌਜੂਦਾ ਜਿਹੜੀ ਆਧੁਨਿਕ ਸਿੱਖਿਆ ਹੈ ਵੀ ਇਹਦੇ ਨਾਲ ਵੀ ਬੱਚਿਆਂ ਨੂੰ ਜੋੜਿਆ ਜਾਵੇ ਤੇ ਉਹਦੇ ਲਈ ਫਿਰ ਇਹ ਕੀਤਾ ਗਿਆ ਹੈ ਕਿ ਕਿਉਂਕਿ ਗਿਣਤੀ ਬਹੁਤ ਘੱਟ ਹੈ ਤੇ ਜਿਨ੍ਹਾਂ ਜਗ੍ਹਾ 'ਚ ਗਿਣਤੀ ਕੁਝ ਮੁਸਲਮਾਨਾਂ ਦੀ ਜ਼ਿਆਦਾ ਸੀ ਜਿੱਦਾਂ ਲੁਧਿਆਣਾ, ਮਲੇਰਕੋਟਲਾ, ਪਟਿਆਲਾ, ਜਿੱਦਾਂ ਮੰਡੀ, ਗੋਬਿੰਦਗੜ੍ਹ ਤੇ ਉੱਥੇ ਇਸਲਾਮੀਆ ਹਾਈ ਸਕੂਲ ਖੋਲ੍ਹ ਦਿੱਤੇ ਗਏ ਤੇ ਹਜੇ ਵੀ ਜਿਹਨਾਂ ਦੇ ਉੱਤੇ ਘੱਟ ਹੈ ਉੱਥੇ ਕੀਤਾ ਗਿਆ ਹੈ ਕਿ ਵੀ ਬੱਚੇ ਜਿਹੜੇ ਹੈ ਉਹ ਸਰਕਾਰੀ ਸਕੂਲਾਂ ਦੇ ਵਿੱਚ ਜਾਣ ਜਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾਣ ਲੇਕਿਨ ਉਹ ਰੋਜ਼ਾਨਾ 1 ਘੰਟਾ ਮਸਜਿਦ ਦੇ ਵਿੱਚ ਜਿਹੜਾ ਹੈ ਆਪਣੀ ਸਿੱਖਿਆ ਲਈ ਆਉਣ ਤਾਂ ਕਿ ਅਸੀਂ ਇਹ ਸਮਝਦੇ ਹਾਂ ਕਿ ਜਿਹੜਾ ਵੀ ਬੱਚਾ ਆਧੁਨਿਕ ਸਿੱਖਿਆ ਕੱਲੀ ਸਿਰਫ ਹਾਸਲ ਕਰੇਗਾ ਤੇ ਉਹ ਸਮਾਜਿਕ ਤੌਰ ਤੇ ਤਾਨੇ ਬਾਨੇ 'ਚ ਫਿੱਟ ਨਹੀਂ ਬੈਠ ਪਾਉਂਦਾ। ਤੁਸੀਂ ਸੁਣਿਆ ਹੋਣਾ ਅਸੀਂ ਕੱਲ੍ਹ ਇੱਕ ਜਗ੍ਹਾ ਤੇ ਸੀ ਤੇ ਮੈਨੂੰ ਇੱਕ ਸਾਹਿਬ ਨੇ
ਸਰਦਾਰ ਜੀ ਸੀ ਮੇਰੇ ਅਜ਼ੀਜ਼, ਉਹਨਾਂ ਨੇ ਸਵਾਲ ਕੀਤਾ ਕਿ ਜੀ ਇਹ ਲੋਕਾਂ ਨੇ ਆਪਣੇ ਮਾਂ-ਬਾਪ ਨੂੰ ਬਿਰਧ ਆਸ਼ਰਮ ਵਿੱਚ ਛੱਡਿਆ ਹੋਇਆ। ਤੇ ਮੈਂ ਕਿਹਾ ਜੀ ਦੇਖੋ ਗਲਤੀ ਇਹਦੇ 'ਚ ਆਪਣੀ ਹੈ। ਅਸੀਂ ਚਾਹੇ ਮੁਸਲਮਾਨ ਹੋਈਏ, ਚਾਹੇ ਸਿੱਖ ਹੋਈਏ, ਚਾਹੇ ਹਿੰਦੂ ਹੋਈਏ, ਕੋਈ ਵੀ ਧਰਮ ਹੈ, ਅਸੀਂ ਇਹ ਕਿਉਂ ਭੁੱਲ ਜਾਂਦੇ ਹਾਂ ਕਿ ਆਪਣੇ ਬੱਚਿਆਂ ਨੂੰ ਧਰਮ ਦੀ ਸਿੱਖਿਆ ਦੇਣੀ ਨਹੀਂ? ਕਿਉਂ ਭੁੱਲ ਜਾਂਦੇ ਇਸ ਗੱਲ ਨੂੰ? ਅਸੀਂ ਕਹਿੰਦੇ ਕਿ ਸਾਡਾ ਬੱਚਾ ਕਨਵੈਂਟ ਸਕੂਲ 'ਚ ਜਾਵੇ, ਪਬਲਿਕ ਸਕੂਲ ਦੇ ਵਿੱਚ ਜਾਵੇ, ਵਧੀਆ CBSE ਦੀ 'ਚ ਪੜ੍ਹੇ, ਲੇਕਿਨ ਇਹ ਕਾਹਤੇ ਭੁੱਲ ਜਾਂਦੇ ਕਿ ਇਹਨੂੰ ਰੋਜ਼ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਸੀ, ਇਹਨੂੰ ਰੋਜ਼ ਮਸਜਿਦ ਲੈ ਕੇ ਜਾਣਾ, ਜਾਂ ਆਪਣੇ ਧਰਮ ਦੇ ਮੁਤਾਬਕ ਇਹਨੂੰ ਮੰਦਿਰ 'ਚ ਲੈ ਕੇ ਜਾਣਾ। ਜਿਹੜੀ ਮਾਡਰਨ ਐਜੂਕੇਸ਼ਨ ਹੈ ਉਹ ਤੁਹਾਡੇ ਬੱਚੇ ਨੂੰ ਪ੍ਰੋਫੈਸ਼ਨਲ ਬੱਚਾ ਬਣਾ ਰਹੀ ਹੈ। ਉਹ ਇਹ ਤਾਂ ਦੱਸ ਰਹੀ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਹੈ, ਹੋਰ ਜਿੰਨੀਆਂ ਯੂਨੀਵਰਸਿਟੀਆਂ ਹੈ, ਅੰਮ੍ਰਿਤਸਰ ਚਲੇ ਜਾਓ ਬੜੀਆਂ ਯੂਨੀਵਰਸਿਟੀਆਂ, ਦਿੱਲੀ 'ਚ ਚਲੇ ਜਾਓ JNU ਹੈ, ਜਿੰਨੀਆਂ ਯੂਨੀਵਰਸਿਟੀਆਂ ਉਹਨਾਂ ਦੇ ਜਿਹੜੇ ਕੋਰਸਿਸ ਨੇ ਉਹ ਪ੍ਰੋਫੈਸ਼ਨਲ ਨੇ। ਉਹ 'ਚ ਲਿਖਿਆ ਵੀ ਤੁਸੀਂ ਆਹ ਡਿਗਰੀ ਲਓਗੇ ਤੇ ਐਦਾਂ ਦੀ ਪੋਸਟ ਤੁਹਾਨੂੰ ਮਿਲ ਜਾਣੀ, ਆਹ ਡਿਗਰੀ ਲਓਗੇ ਆਹ ਪੋਸਟ ਮਿਲੂਗੀ, ਆਹ ਡਿਗਰੀ ਲਓਗੇ ਕੈਨੇਡਾ ਚਲੇ ਜਾਓਗੇ। ਉਸ ਪ੍ਰੋਫੈਸ਼ਨਲਿਜ਼ਮ ਦੇ ਵਿੱਚ ਸਮਾਜਿਕ ਤਾਣਾ ਬਾਣਾ ਕੌਣ ਪੜ੍ਹਾ ਰਿਹਾ? ਇਹ ਕੌਣ ਕਹਿੰਦਾ ਹੈ ਕਿ ਮਾਪਿਓ ਦੇ ਅਗਰ ਪੈਰੀ ਹੱਥ ਲਾਓਗੇ ਤਾਂ ਹੀ ਤੁਹਾਨੂੰ ਜੰਨਤ ਮਿਲੇਗੀ? ਉਸ ਸਿੱਖਿਆ ਦੇ ਵਿੱਚ ਇਹ ਕਿੱਥੇ ਲਿਖਿਆ ਹੈ ਕਿ ਜੀ ਅਗਰ ਕੋਈ ਪੈਸੇ ਸੜਕ ਤੋਂ ਲੱਭ ਗਏ ਉਹ ਹਰਾਮ ਦੇ ਨੇ, ਹਲਾਲ ਦੇ ਨਹੀਂ ਹੈ, ਜਿਨ੍ਹਾਂ ਦੇ ਗਿਰੇ ਉਹਨਾਂ ਤੱਕ ਪਹੁੰਚਾ ਦਿਓ। ਉਸ ਸਿੱਖਿਆ 'ਚ ਕਿੱਥੇ ਲਿਖਿਆ ਹੈ ਕਿ ਵੀ ਕਿਸੇ ਦੀ ਬੇਟੀ ਵੱਲ ਗੰਦੀ ਨਿਗਾਹ ਪਾ ਕੇ ਆਪਣੇ ਦਿਲ ਦੇ ਵਿੱਚ ਉਹਦੇ ਨਾਲ ਗੰਦੇ ਕੰਮ ਕਰਨ ਦਾ ਇਰਾਦਾ ਨਾ ਕਰੋ। ਪ੍ਰੋਫੈਸ਼ਨਲ ਸਿੱਖਿਆ 'ਚ ਕਿਤੇ ਨਹੀਂ ਹੈ ਲਿਖਿਆ ਹੋਇਆ। ਜਿਹੜੇ ਵੀ ਲੋਕ ਅਗਰ ਤੁਸੀਂ ਬਿਰਧ ਆਸ਼ਰਮਾਂ ਦੇ ਵਿੱਚ ਵੀ ਚਲੇ ਜਾਓ ਤੇ ਇਹ ਬਹੁਤ ਘੱਟ ਐਸਾ ਮਿਲੇਗਾ ਕਿ ਧਰਮੀ ਲੋਕਾਂ ਦੇ ਮਾਪਿਓ ਉੱਥੇ ਹੋਣ, ਜਿਨ੍ਹਾਂ ਨੇ ਸੋਚਿਆ ਵੀ ਸਾਡੇ ਬੱਚੇ ਤਾਂ ਬਹੁਤ ਆਧੁਨਿਕ ਹੋਣੇ ਚਾਹੀਦੇ, ਫਿਰ ਉਹ ਆਧੁਨਿਕ ਹੋ ਗਏ ਬੱਚੇ, ਮਾਂ ਪਿਓ ਨੂੰ ਉਹਨਾਂ ਨੇ ਚੱਕ ਕੇ। ਇਸ ਲਈ ਕਿਤੇ ਨਾ ਕਿਤੇ ਮੈਂ ਸਾਰੇ ਪੰਜਾਬੀਆਂ ਨੂੰ ਹਮੇਸ਼ਾ ਕਹਿੰਦਾ ਕਿ ਜਿਹੜੇ ਮਰਜ਼ੀ ਧਰਮ ਦੇ ਨਾਲ ਤੁਹਾਡਾ ਸੰਬੰਧ ਹੈ, ਵੀ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਆਪਣੇ ਸਿੱਖਿਆ ਜਿਹੜੀ ਆਧੁਨਿਕ ਦੇਣੀ ਉਹਦੇ ਨਾਲ ਆਪਣੇ ਧਰਮ ਦੇ ਨਾਲ ਜੋੜਨਾ ਹੈ। ਧਰਮ ਨਹੀਂ ਉਹਨਾਂ ਨੂੰ ਮਾਂ ਪਿਓ ਦਾ ਸਤਿਕਾਰ, ਧਰਮ ਨਹੀਂ ਇਨਸਾਨੀਅਤ ਦੀ ਹਮਦਰਦੀ, ਧਰਮ ਨਹੀਂ ਹਲਾਲ ਹਰਾਮ ਦੀ ਤਮੀਜ਼ ਜਿਹੜੀ ਇਹਨਾਂ ਬੱਚਿਆਂ ਨੂੰ ਸਿਖਾਉਣੀ ਹੈ। ਇਸ ਲਈ ਮੈਂ ਬਾਰ-ਬਾਰ ਕਹਿੰਦਾ ਉਹਨਾਂ ਲੋਕਾਂ ਨੂੰ ਕਿ ਕੱਲਾ ਇਹ ਨਾ ਰੋਇਆ ਕਰੋ ਵੀ ਸਾਡੇ ਨਿਆਣੇ ਵੱਡੇ ਵੱਡੇ ਅਫਸਰ ਬਣ ਜਾਣ। ਵੱਡੇ ਅਫਸਰ ਜ਼ਰੂਰ ਬਣ ਜਾਣ, ਲੇਕਿਨ ਇਹ ਆਪਣੇ ਧਰਮ ਅਧੀਨ ਰਹਿਣਗੇ ਤਾਂ ਹੀ ਉਹ ਫਿਰ ਤੁਹਾਡੇ ਅਧੀਨ ਰਹਿਣਗੇ। ਜੇ ਇਕੱਲੇ ਸਿਰਫ ਪ੍ਰੋਫੈਸ਼ਨਲ ਅਧੀਨ ਹੋਏ ਫਿਰ ਤੁਹਾਡੇ ਕੰਮ ਤੇ ਨਹੀਂ ਰਹਿਣ। ਪੰਜਾਬ ਇਦਾਂ ਦਾ ਸੂਬਾ ਹੈਗਾ ਜਿੱਥੇ ਆਪਾਂ ਦੇਖਦੇ ਹਾਂ ਕਿ ਧਾਰਮਿਕ ਜਿਹੜੀ ਆਪਸੀ ਧਾਰਮਿਕ ਸਾਂਝ, ਆਪਸੀ ਭਾਈਚਾਰਾ ਉਹ ਬਹੁਤ ਮਜ਼ਬੂਤ ਹੈਗਾ। ਇੱਥੇ ਕੋਈ ਇਸ ਤਰ੍ਹਾਂ ਦੀ ਕਦੇ ਗੱਲ ਨਹੀਂ ਹੁੰਦੀ। ਬਹੁਤ ਸਾਰੇ ਆਪਾਂ ਇਸ ਤਰ੍ਹਾਂ ਦੇ ਵਾਕਿਆ ਦੇਖਿਆ ਕਿ ਮਸਜਿਦ ਬਣਾਉਣ ਵਾਸਤੇ ਜਿਹੜੇ ਸਿੱਖ ਭਰਾਵਾਂ ਨੇ ਜਿਹੜੀ ਜ਼ਮੀਨ ਉਹ ਦਿੱਤੀ ਹੈਗੀ ਆ। ਬਹੁਤ ਸਾਰੀਆਂ ਪੰਜਾਬ 'ਚ ਇੱਦਾਂ ਦੀਆਂ ਉਦਾਹਰਨਾਂ ਆਉਂਦੀਆਂ, ਪਰ ਜਦੋਂ ਆਪਾਂ ਬਾਹਰ ਜਾਂਦੇ ਹਾਂ, ਇਸਲਾਮਿਕ ਕੰਟਰੀਆਂ ਦੇ ਵਿੱਚ ਜਾਂਦੇ ਹਾਂ, ਅਫਗਾਨਿਸਤਾਨ ਹੋ ਗਿਆ ਜਾਂ ਹੋਰ ਕੰਟਰੀਆਂ, ਉੱਥੇ ਬਹੁਤ ਸਾਰੇ ਸਿੱਖਾਂ ਦੇ ਜਿਹੜੇ ਸਥਾਨ ਆ ਉਹ ਇਸ ਸਮੇਂ ਖੰਡਰ ਹਾਲਤ ਵਿੱਚ ਚਲ ਗਏ ਆ, ਸਾਂਭ ਸੰਭਾਲ ਨਹੀਂ ਉੱਥੇ ਹੈਗੀ। ਤਾਂ ਤੁਹਾਡੇ ਵੱਲੋਂ ਉਹਦੇ ਵਾਸਤੇ ਵੀ ਕੋਈ ਕੋਸ਼ਿਸ਼ਾਂ ਹੁੰਦੀਆਂ ਕਿ ਉੱਥੇ ਸਿੱਖਾਂ ਦੇ ਤੁਸੀਂ ਆਪਣੇ ਉੱਥੇ ਜਿਹੜੇ ਧਰਮ ਦੇ ਲੋਕਾਂ ਨਾਲ ਗੱਲ ਕਰਕੇ ਉਹਨਾਂ ਦੀ ਸਾਂਭ ਸੰਭਾਲ ਲਈ ਵੀ ਕੋਈ ਯਤਨ ਕਰੋ? ਮੇਰੇ ਜਿਹੜੇ ਦਾਦਾ ਸੀ ਰਈਸੁਲ ਅਹਿਰਾਰ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ, ਭਾਰਤ ਦੀ ਜੰਗ ਆਜ਼ਾਦੀ ਦੇ ਬਹੁਤ ਵੱਡੇ ਆਜ਼ਾਦੀ ਘੁਲਾਟੀ ਗੁਜ਼ਰੇ। ਜਦੋਂ ਪਾਕਿਸਤਾਨ ਬਣਿਆ, ਪਾਕਿਸਤਾਨ ਨਹੀਂ ਗਏ, ਉਹਨਾਂ ਨੇ ਕਿਹਾ ਮੈਂ ਆਪਣੇ ਦੇਸ਼ 'ਚ ਰਹਿਣਾ ਚਾਹੁੰਦਾ। ਤੇ ਉਹਨਾਂ ਦਾ ਜਦ ਮੈਂ ਇਤਿਹਾਸ ਪੜ੍ਹਦਾ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਸਨ 1954 'ਚ ਜਦੋਂ ਦਿੱਲੀ ਆਏ ਤੇ ਬਤੌਰ ਮੁਸਲਮਾਨ ਪੰਜਾਬੀ ਹੋਣ ਦੇ ਨਾਤੇ ਜਿਹੜਾ ਪਹਿਲਾ ਮੰਗ ਪੱਤਰ ਉਹਨਾਂ ਨੂੰ ਦਿੱਤਾ ਉਹ ਇਹ ਦਿੱਤਾ ਸੀ ਕਿ ਸਿੱਖਾਂ ਦੇ ਜਿਹੜੇ ਗੁਰੂ ਧਾਮ ਉੱਥੇ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਆਬਾਦ ਰੱਖਿਆ ਜਾਵੇ ਤੇ ਇਹਨਾਂ ਨੂੰ ਉੱਥੇ ਜਾਣ ਲਈ ਵੀਜ਼ਾ ਫ੍ਰੀ ਜਿਹੜਾ ਇਹ 1954 ਦਾ ਮੈਂ ਤੁਹਾਨੂੰ ਸਾਡੇ ਵੱਲੋਂ ਦਿੱਤਾ ਹੋਇਆ ਮੁਤਾਲਬਾ ਜਿਹੜਾ ਉਹ ਦੱਸਣਾ ਚਾਹੁੰਦਾ। ਇੱਦਾਂ ਹੀ ਤੁਸੀਂ ਅਗਰ ਦੁਬਈ ਚਲੇ ਜਾਓ, ਇਰਾਕ ਚਲੇ ਜਾਓ, ਤੇ ਅਗਰ ਤੁਸੀਂ ਦੁਬਈ 'ਚ ਜਾਓਗੇ ਤੇ ਉਹਨਾਂ ਨੇ ਜਿਹੜੀ ਫੈਸਿਲਿਟੀ ਦੇ ਹਿਸਾਬ ਨਾਲ ਵਰਲਡ ਦੇ ਸਭ ਤੋਂ ਬਿਹਤਰੀਨ ਗੁਰਦੁਆਰਾ ਸਾਹਿਬ ਜਿਹੜੇ ਨੇ ਉੱਥੇ ਤਾਮੀਰ ਕਰਾਏ ਨੇ। ਕਿਉਂਕਿ ਇਸਲਾਮ ਸ਼ੁਰੂ ਤੋਂ ਇਹ ਕਹਿੰਦਾ ਹੈ ਕਿ ਜਿਹੜਾ ਵੀ ਬੰਦਾ ਆਪਣੇ ਜਿਸ ਵੀ ਧਰਮ ਦੇ ਉੱਤੇ ਆਸਥਾ ਰੱਖਦਾ, ਤੁਸੀਂ ਕਿਉਂਕਿ ਦੋ ਚੀਜ਼ਾਂ ਪ੍ਰਚਲਿਤ ਹੁੰਦੀਆਂ, ਜਿਹੜੇ ਰਜਵਾੜਾ ਸ਼ਾਹੀ ਹੁੰਦੀ ਹੈ ਹੋਰ ਚੀਜ਼ ਹੁੰਦੀ ਹੈ, ਧਰਮ ਕੁਝ ਹੋਰ ਹੁੰਦਾ। ਤੇ ਧਰਮ ਜਿਹੜਾ ਹੈ ਉਹ ਆਪਣੀ ਰਿਵਾਇਤਾਂ ਰੱਖਦਾ ਹੈ, ਜਿਹੜੇ ਬਾਦਸ਼ਾਹ ਹੁੰਦੇ ਉਹ ਆਪਣੀ ਰਿਵਾਇਤਾਂ ਰੱਖਦੇ। ਇਸਲਾਮ ਨੇ ਆਪਣੇ ਧਰਮ ਦੇ ਮੁਤਾਬਕ ਕਿਹਾ ਕਿ ਜਿਹੜੇ ਵੀ ਲੋਕ ਆਪਣੇ ਆਪਣੇ ਧਰਮ ਦੀ ਆਸਥਾ ਦੇ ਮੁਤਾਬਕ ਚੱਲਣਾ ਚਾਹੁੰਦੇ ਨੇ ਤੇ ਅਗਰ ਤੁਹਾਡੀ ਹਕੂਮਤ ਹੈ ਤੇ ਤੁਸੀਂ ਉਹਦੇ ਵਿੱਚ ਵਾਧਾ ਨਾ ਬਣੋ। ਹੁਣ ਜਿੱਥੇ ਤੱਕ ਅਫਗਾਨਿਸਤਾਨ ਹੈ ਜਾਂ ਹੋਰ ਕੁਝ ਐਸੀ ਕੰਟਰੀਆਂ, ਬਹੁਤ ਸਾਰੀ ਜਗ੍ਹਾ ਐਸਾ ਹੈ ਜਿੱਥੇ ਸਿੱਖਾਂ ਦੀ ਤਾਦਾਦ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ
ਘਟ ਗਈ ਹੈ। ਤੇ ਮੈਂ ਕੱਲ ਪਰਸੋਂ BBC ਦੀ ਇੱਕ ਡਾਕੂਮੈਂਟਰੀ ਵੀ ਸੁਣ ਰਿਹਾ ਸੀ, ਕਾਬੁਲ ਦਾ ਗੁਰਦੁਆਰਾ ਸਾਹਿਬ ਦਿਖਾ ਰਹੇ ਸੀ, ਜਿਹੜਾ ਦੁਬਾਰਾ ਤਾਲਿਬਾਨ ਨੇ ਉਹਦੀ ਤਾਮੀਰ ਜਿਹੜੀ ਹੈ ਉਹ ਸ਼ੁਰੂ ਕਰਾਈ ਹੈ। ਤੇ ਮੈਂ ਇਹ ਸਮਝਦਾ ਕਿਤੇ ਨਾ ਕਿਤੇ ਇਸਲਾਮੀ ਹਕੂਮਤਾਂ ਜਿਹੜੀਆਂ ਪੂਰੀ ਦੁਨੀਆ 'ਚ ਹੈ, ਉਹ ਸਿਰਫ ਸਿੱਖ ਹੀ ਨਹੀਂ, ਜਿੱਦਾਂ ਦੁਬਈ ਦੇ ਵਿੱਚ ਮੰਦਿਰ ਬਣਵਾਇਆ ਗਿਆ ਇੱਕ ਬਹੁਤ ਬੜਾ ਹੁਣੀ ਪਿੱਛੇ ਜੇ, ਤੇ ਜਿੰਨੀਆਂ ਵੀ ਇਸਲਾਮੀ ਹਕੂਮਤਾਂ ਹੈ, ਮੈਂ ਸਮਝਦਾ ਕਿ ਉਹਨਾਂ ਨੂੰ ਕਿਤੇ ਕਿਤੇ ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਵੀ ਕਮਿਊਨਿਟੀ ਦੇ ਲੋਕ ਉਹਨਾਂ ਦੇ ਦੇਸ਼ਾਂ ਦੇ ਵਿੱਚ ਰਹਿੰਦੇ ਨੇ, ਤੇ ਉਹਨਾਂ ਦੀ ਜਿਹੜੀ ਮਜ਼ਹਬੀ ਆਜ਼ਾਦੀ ਹੈ ਜਿਹੜੀ ਹੈ, ਉਹ ਦੁਨੀਆ ਦਾ ਦਸਤੂਰ ਹੈ। ਦੋ ਚੀਜ਼ਾਂ ਦੀ ਆਜ਼ਾਦੀ ਜਿਹੜੀ ਹੈ, ਇਸਲਾਮ ਨੇ ਸ਼ੁਰੂ ਤੋਂ ਲੋਕਾਂ ਨੂੰ ਕਿਹਾ ਕਿ ਇੱਕ ਤਾਂ ਜੀਣ ਦੀ ਆਜ਼ਾਦੀ, ਮਤਲਬ ਕੋਈ ਕਿਸੇ ਦਾ ਗੁਲਾਮ ਨਾ ਹੋਵੇ। ਦੂਸਰਾ ਆਪਣੀ ਰਿਵਾਇਤਾਂ ਦੇ ਚੱਲਣ ਦੀ ਆਜ਼ਾਦੀ, ਤੁਸੀਂ ਕਿਸੇ ਨੂੰ ਧੱਕੇ ਨਾਲ ਨਾ ਕਹਿ ਸਕੋਗੇ ਵੀ ਇੱਦਾਂ ਕਰੋ। ਤੀਸਰਾ ਆਪਣੀ ਰਿਵਾਇਤਾਂ ਦੇ ਮੁਤਾਬਕ ਅੰਤਿਮ ਸੰਸਕਾਰ ਦੀ। ਇਹ ਤਿੰਨ ਜਿਹੜੀਆਂ ਚੀਜ਼ਾਂ ਇਹ ਵਰਲਡ, ਮੈਂ ਸਮਝਦਾ ਵਰਲਡ ਆਰਡਰ ਦੇ ਵਿੱਚ ਵੀ ਔਰ ਪੂਰੀ ਵਰਲਡ ਕਮਿਊਨਿਟੀ ਦੇ ਵਿੱਚ ਵੀ ਹੋਣੀ ਚਾਹੀਦੀ ਹੈ। ਇੱਦਾਂ ਦੀ ਅਗਰ ਕਿਤੇ ਕੋਈ ਗੱਲ ਹੁੰਦੀ ਹੈ ਤੇ ਉਹ ਉੱਥੇ ਦੀ ਹੋ ਸਕਦਾ ਕਿ ਲੋਕਲ ਅਥਾਰਟੀਜ਼ ਦੀ ਕੋਈ ਗਲਤੀ ਹੋਏ, ਕੋਈ ਵੀ ਧਰਮ ਜਿਹੜਾ ਹੈ ਉਹ ਇਸ ਬਾਰੇ ਨਹੀਂ ਕਿਸੇ ਨੂੰ ਕਹਿੰਦਾ। ਹਾਂ, ਪੰਜਾਬ ਦੇ ਵਿੱਚ ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ। ਇੱਕ ਕਲਾਕਾਰ ਨੇ ਕਿਹਾ ਕਿ ਜੇ ਤੁਸੀਂ ਜਗਰਾਤੇ ਦੇ ਵਿੱਚ ਮੁਸਲਿਮ ਕਲਾਕਾਰਾਂ ਨੂੰ ਬੁਲਾਉਂਗੇ ਤਾਂ ਮੈਂ ਉਸ ਜਗਰਾਤੇ ਵਿੱਚ ਨਹੀਂ ਆਊਂਗਾ। ਇਸ ਤਰ੍ਹਾਂ ਦੇ ਲੋਕਾਂ ਬਾਰੇ ਕੀ ਕਹਿਣਾ ਚਾਹੁੰਦੇ ਕਿ ਜਿਹੜੇ ਧਰਮ ਦੇ ਨਾਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ? ਬਹੁਤ ਸਾਰੇ ਲੋਕ ਧਰਮ ਦੇ ਕੱਪੜੇ ਪਾ ਕੇ ਸਿਆਸਤ ਕਰਨਾ ਚਾਹੁੰਦੇ, ਇਹ ਵੀ ਉੱਦਾਂ ਦਾ ਹੀ ਕਲਾਕਾਰ ਹੋਣਾ ਕੋਈ। ਮੈਂ ਕਹਿਣਾ ਚਾਹੁੰਦਾ ਉਹਨਾਂ ਸਿਆਸਤਦਾਨਾਂ ਨੂੰ ਕਿ ਅਗਰ ਸਿਆਸਤ ਕਰਨੀ ਆਪਣੇ ਬਲ ਤੇ ਕਰੋ, ਧਰਮ ਦੇ ਅਧੀਨ ਸਿਆਸਤ, ਧਰਮ ਨੂੰ ਆਪਣਾ ਮੋਢੀ ਬਣਾ ਕੇ ਸਿਆਸਤ ਨਾ ਕਰੋ। ਤੇ ਜਿਹੜੇ ਲੋਕ ਐਸੀ ਨਫ਼ਰਤ ਦੀ ਗੱਲਾਂ ਕਰਦੇ ਆ ਕਿ ਉਹਨਾਂ ਨੂੰ ਪੁੱਛੋ ਕਿ ਕਿਆ ਉਹਨਾਂ 'ਚ ਕੋਈ ਐਸੀ ਕੁਆਲਿਟੀ ਹੈ ਕਿ ਉਹ ਕਹਿਣ ਕਿ ਮੈਂ ਬਿਨਾਂ ਧਰਮ ਦੀ ਕਿਸੇ ਸੰਸਥਾ ਨੂੰ ਲੈ ਕੇ ਜਾਂ ਬਿਨਾਂ ਧਰਮ ਦੇ ਕੋਈ ਪ੍ਰੋਗਰਾਮ ਨੂੰ ਲੈ ਕੇ ਮੈਂ ਲੱਖ ਬੰਦਾ ਜਾਂ 50,000 ਬੰਦਾ ਇਕੱਠਾ ਕਰ ਲਾਂਗਾ, ਤਾਂ ਮੇਰਾ ਮੰਨਣਾ ਵੀ 2 ਬੰਦੇ ਵੀ ਇਹਦੇ ਕੋਲ ਨਹੀਂ ਆਣੇ। ਉਹ ਤਾਂ ਧਰਮ ਦੀ ਸਟੇਜ ਤੇ ਖੜਾ ਹੋ ਕੇ ਧਰਮ ਦੀ ਗੱਲ ਕਰਦਾ ਪਿਆ, ਤੇ ਇਸ ਲਈ ਧਰਮ ਕੋਈ ਵੀ ਹੋਵੇ ਉਹ ਜੋੜਨ ਦੀ ਗੱਲ ਕਰਦਾ, ਉਹ ਤੋੜਨ ਦੀ ਗੱਲ ਜਿਹੜਾ ਹੈ ਉਹ ਨਹੀਂ ਕਰਦਾ। ਤੇ ਤੁਸੀਂ ਪੰਜਾਬ 'ਚ ਦੇਖੋ ਕਿੰਨੇ ਗਾਇਕ ਜਿਹੜੇ ਨੇ ਉਹ ਸਰਵ ਧਰਮਾਂ ਦੇ ਪ੍ਰੋਗਰਾਮਾਂ 'ਚ ਜਾਂਦੇ ਨੇ, ਔਰ ਕਿੰਨੇ ਮੁਸਲਮਾਨ ਗਵਈਏ ਜਿਹੜੇ ਨੇ ਉਹ ਜਪਜੀ ਸਾਹਿਬ ਜਾਂ ਹੋਰ ਗੁਰੂ ਦੀ ਬਾਣੀ ਜਿਹੜੀ ਹੈ ਬੜੀ ਖੂਬਸੂਰਤ ਅੰਦਾਜ਼ ਦੇ ਵਿੱਚ ਪੇਸ਼ ਕਰਦੇ ਨੇ। ਇਸ ਲਈ ਇਹ ਤਾਂ ਸ਼ਾਰਟਕਟ ਰਸਤਾ ਹੈ ਇੱਕ ਫੇਮ 'ਚ ਆਉਣ ਦਾ, ਇਹ ਤੋਂ ਜ਼ਿਆਦਾ ਮੈਂ ਸਮਝਦਾ ਕੁਛ ਨਹੀਂ ਹੈ। ਹਾਂ ਸ਼ਾਹੀ ਇਮਾਮ ਸਾਹਿਬ, ਜੇ ਆਪਾਂ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਕੁਝ ਸਾਲਾਂ ਤੋਂ ਆਪਾਂ ਦੇਖਿਆ ਕਿ ਜਿਹੜੇ ਸ਼ਹਿਰਾਂ ਦੇ ਮੁਸਲਿਮ ਟੱਚ ਵਾਲੇ ਨਾਮ ਹੈਗੇ ਆ, ਉਹਨਾਂ ਨੂੰ ਨਾਮ ਨੂੰ ਬਦਲਿਆ ਜਾ ਰਿਹਾ, ਉਹਨਾਂ ਨੂੰ ਹੋਰ ਟੱਚ ਦਾ ਨਾਮ ਦਿੱਤਾ ਜਾ ਰਿਹਾ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹਨੂੰ ਸਿਆਸਤ ਦੇ ਤੌਰ ਤੇ ਹੀ ਮੈਂ ਦੇਖਦਾ ਕਿ ਬਹੁਤ ਸਾਰੇ ਲੋਕ ਐਸੇ ਜਿਨ੍ਹਾਂ 'ਚ ਇੰਨੀ ਹਿੰਮਤ ਨਹੀਂ ਹੈ ਕੋਈ ਨਵੇਂ ਸ਼ਹਿਰ ਵਸਾ ਸਕਣ, ਉਹ ਸੋਚਦੇ ਵੀ ਦੂਸਰੇ ਦੇ ਨਿਆਣਿਆਂ ਦੇ ਨਾਂ ਬਦਲ ਕੇ ਆਪਣੇ ਨਾਂ ਕਰਵਾ ਲਈਏ। ਤੇ ਅੱਛਾ ਕੰਮ ਇਹ ਹੁੰਦਾ ਹੈ ਕਿ ਦੇਖੋ ਜਿਹੜੇ ਨਾਮ ਹੁੰਦੇ, ਇਹ ਜ਼ਰੂਰੀ ਨਹੀਂ ਕਿ ਮੁਸਲਮਾਨਾਂ ਦੇ ਨਾਮ ਹੈ, ਕਿਸੇ ਦਾ ਵੀ ਨਾਮ ਹੋਵੇ। ਜਿੱਦਾਂ ਪਾਕਿਸਤਾਨ 'ਚ ਬਹੁਤ ਸਾਰੇ ਨਾਮ ਜਿਹੜੇ ਹੈ ਹਿੰਦੂ ਸਿੱਖਾਂ ਦੇ ਨਾਂ 'ਤੇ ਸੜਕਾਂ ਹੈ, ਗਲੀਆਂ, ਕਿਸੇ ਦਾ ਬੱਚਾ, ਕਿਸੇ ਦੀ ਆਉਣ ਵਾਲੀ ਨਸਲ ਜਾਂ ਕਿਸੇ ਦੇ ਪੋਤੇ ਪੜਪੋਤੇ ਅਗਰ ਉਹ ਪਿੱਛੇ ਕਿਤੇ ਆਪਣੇ ਪਿਛੋਕੜ ਵੱਲ ਜਾਣਾ ਚਾਹਣਗੇ ਤੇ ਉਹ ਚੀਜ਼ਾਂ ਕਾਇਮ ਰਹਿਣੀਆਂ ਚਾਹੀਦੀਆਂ। ਘੱਟ ਤੋਂ ਘੱਟ ਉਹ ਨਾਮ ਜਿਹੜੇ ਹੈ, ਇਹਨੂੰ ਵੀ ਮੈਂ ਸਿਆਸਤ ਦੇ ਤੌਰ ਤੇ ਦੇਖਦਾ, ਵੋਟ ਬੈਂਕ ਦੀ ਰਾਜਨੀਤੀ ਹੈ, ਤੇ ਤੋਂ ਜ਼ਿਆਦਾ ਕੁਛ ਨਹੀਂ ਹੈ। 2024 ਤੋਂ ਹੁਣ ਫਿਰ ਲੋਕ ਸਭਾ ਦੀ ਇਲੈਕਸ਼ਨ ਹੋਣੀ ਹੈ, ਤਾਂ ਫਿਰ ਧਰਮ ਦੇ ਰਾਜਨੀਤੀ ਤੁਹਾਨੂੰ ਪਤਾ ਹੈ ਕਿ ਸਾਹਮਣੇ ਆਉਣੀ ਆ। ਹਿੰਦੂ ਸਿੱਖ ਦੀ ਗੱਲ ਹੋਣੀ ਹੈ, ਹਿੰਦੂ ਮੁਸਲਿਮ ਦੀ ਗੱਲ ਹੋਣੀ ਹੈ, ਡਿਬੇਟ ਉਸ 'ਤੇ ਚੱਲਣੀ ਆ। ਤਾਂ ਇਹ ਸਾਰਾ ਕੁਝ ਜਿਹੜਾ ਹੁੰਦਾ ਭਾਰਤ ਸਰਕਾਰ ਨੂੰ ਜਾਂ ਸੁਪਰੀਮ ਕੋਰਟ ਨੂੰ ਚਾਹੀਦਾ ਹੈ ਕਿ ਜਿਹੜੇ ਨੈਸ਼ਨਲ ਚੈਨਲਸ ਨੇ ਉਹਨਾਂ 'ਚ ਘੱਟੋ ਘੱਟ 3-4 ਸ਼ਬਦਾਂ ਦੇ ਉੱਤੇ ਤਾਂ ਸਰਕਾਰ, ਸੁਪਰੀਮ ਕੋਰਟ ਪਾਬੰਦੀ ਲਾ ਦੇਵੇ ਵੀ ਤੁਸੀਂ ਡਿਬੇਟ ਦੇ ਵਿੱਚ ਮੁਸਲਮਾਨ, ਹਿੰਦੂ, ਸਿੱਖ, ਈਸਾਈ, ਦਲਿਤ ਇਹ ਨਹੀਂ ਬੋਲ ਸਕਦੇ। ਤੇ ਮੈਂ ਸਮਝਦਾ 5-7 ਅੱਖਰ ਅਗਰ ਉਹਨਾਂ ਨੇ ਕਰਤੇ ਕਿ ਨਹੀਂ ਬੋਲਣੇ ਤੇ ਸਾਰੇ ਸ਼ਾਂਤ ਹੋ ਜਾਣਗੇ। ਇਹਨਾਂ ਕੋਲ ਕੋਈ ਹੋਰ ਰਸਤਾ ਹੀ ਨਹੀਂ ਹੈ ਸਿਵਾਏ ਲੋਕਾਂ ਨੂੰ ਲੜਾਉਣ ਦੇ, ਕੋਈ ਕੰਮ ਨਹੀਂ। ਮੇਰਾ ਆਖਰੀ ਕੁਐਸਚਨ ਹੈਗਾ, ਜਿਸ ਤਰ੍ਹਾਂ ਕਿ ਓਬੀਸੀ ਨੂੰ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡੇ ਲੀਡਰ ਮੰਨਿਆ ਜਾਂਦਾ ਹੈ, ਕਹਿੰਦੇ ਕਿ ਉਹ ਮੁਸਲਮਾਨਾਂ ਦੀ ਗੱਲ ਕਰਦੇ, ਉਹਨਾਂ ਹੱਕਾਂ ਦੀ ਗੱਲ ਕਰਦੇ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਓਵੈਸੀ ਸਾਹਿਬ ਦੀ ਜਿਹੜੀ ਹੁਣ ਤੱਕ ਕਾਰਜ ਪ੍ਰਣਾਲੀ ਹੈ, ਅਗਰ ਤੁਸੀਂ ਇਤਮੀਨਾਨ ਨਾਲ ਉਸ ਬੰਦੇ ਦੀਆਂ ਗੱਲਾਂ ਸੁਣੋਗੇ ਤਾਂ ਸਾਰੀਆਂ ਗੱਲਾਂ ਢੁਕਵੀਆਂ ਔਰ ਕਿਸੇ ਧਰਮ ਦੇ ਖਿਲਾਫ ਨਹੀਂ। ਮੀਡੀਆ ਉਹਨਾਂ ਨੂੰ ਇਹ ਪ੍ਰਚਲਿਤ ਕਰਨਾ ਚਾਹੁੰਦਾ ਕਿ ਸ਼ਾਇਦ ਇਹ ਸਿਰਫ ਮੁਸਲਮਾਨਾਂ ਦਾ ਕੱਟੜ ਲੀਡਰ ਹੈ ਔਰ ਇਹ ਦੂਸਰੇ ਧਰਮਾਂ ਦੇ ਖਿਲਾਫ ਹੈ। ਨਹੀਂ, ਉਹ ਮੈਂ ਸਮਝਦਾ ਕਿ ਜਦੋਂ ਵੀ ਗੱਲ ਕਰਦਾ ਹੈ ਸੰਵਿਧਾਨ ਦੀ ਗੱਲ ਕਰਦਾ ਹੈ, ਸੰਵਿਧਾਨ ਦੇ ਮੁਤਾਬਕ ਚੱਲਣ ਦੀ ਗੱਲ ਕਰਦਾ ਹੈ। ਤੇ ਇਸ ਲਈ ਉਹਨਾਂ ਨੂੰ ਵੀ ਹਮੇਸ਼ਾ ਅਸੀਂ ਜਦੋਂ ਵੀ ਸੁਣਿਆ ਤੇ ਅਕਸਰ ਓਵੈਸੀ ਸਾਹਿਬ ਦੇ ਮੁਖ ਤੋਂ ਕਦੀ ਇਹ ਨਹੀਂ ਸੁਣਿਆ ਕਿ ਵੀ ਕਿਸੇ ਧਰਮ ਦੀ ਕੋਈ ਮੁਖਾਲਫਤ। ਆਪਣੀ ਕੌਮ ਦੀ ਡਿਫੈਂਸ ਕਰਨਾ
ਜਾਂ ਆਪਣੀ ਕੌਮ ਤੇ ਲੱਗੇ ਹੋਏ ਇਲਜ਼ਾਮਾਂ ਨੂੰ ਬੜੀ ਖੂਬਸੂਰਤੀ ਦੇ ਨਾਲ ਉਹਨਾਂ ਦਾ ਜਵਾਬ ਦੇਣਾ ਧੋਣਾ ਮੈਂ ਸਮਝਦਾ ਕੋਈ ਬੁਰੀ ਬਾਤ ਨਹੀਂ ਹੈ। ਜੇ ਪੰਜਾਬ ਦੀ ਰਾਜਨੀਤੀ ਦੇਖੀਏ ਤਾਂ ਇਹਦੇ ਵਿੱਚ ਵੀ ਜਿਹੜਾ ਮੁਸਲਮਾਨ ਭਾਈਚਾਰਾ ਹੈਗਾ ਆਮ ਤੌਰ ਤੇ ਦੇਖਿਆ ਜਾਵੇ ਕਿ ਅੱਜ ਜਿੱਦਾਂ ਕਿ ਸੰਗਰੂਰ ਦੇ ਵਿੱਚ ਜ਼ਿਆਦਾ ਆਬਾਦੀ ਹੈਗੀ ਤੇ ਉੱਥੇ ਸਿਮਰਜੀਤ ਸਿੰਘ ਮਾਨ ਹੋਣੀ ਆ, ਉਹਨਾਂ ਨੂੰ ਕਾਫੀ ਸਮਰਥਨ ਦਿੱਤਾ ਔਰ ਉਹਨਾਂ ਦੀ ਪਾਰਟੀ ਨੂੰ ਵੀ ਬਹੁਤ ਸਾਰਾ ਆਪਾਂ ਮੰਚਾਂ ਤੇ ਦੇਖਿਆ, ਤੁਸੀਂ ਵੀ ਕਈ ਵਾਰ ਉਹਨਾਂ ਨੇ ਮੰਚ ਸਾਂਝਾ ਕੀਤਾ, ਤਾਂ ਉਹਨਾਂ ਨੂੰ ਜ਼ਿਆਦਾ ਤੁਸੀਂ ਸਮਰਥਨ ਦਿੰਦੇ ਇਹਦਾ ਕੀ ਕਾਰਨ? ਮਾਨ ਸਾਹਿਬ ਨੇ ਅਸਲ 'ਚ ਮਿੱਟੀ ਦੀ ਗੱਲ ਕੀਤੀ ਹੈ। ਸੰਗਰੂਰ ਜ਼ਿਲ੍ਹੇ ਦੇ ਮੁਸਲਮਾਨਾਂ ਨੇ ਐਤਕੀ ਉਹਨਾਂ ਨੂੰ ਜਿਤਾਇਆ ਤੇ ਕਿਉਂਕਿ ਅਸੀਂ ਧਾਰਮਿਕ ਲੀਡਰ ਹੋਣ ਦੀ ਵਜ੍ਹਾ ਨਾਲ ਕਦੀ ਸਿਆਸੀ ਮੰਚ ਦੇ ਉੱਤੇ ਉਹਨਾਂ ਦੇ ਨਾਲ ਸਾਂਝ ਨਹੀਂ ਪਾਈ, ਹਮੇਸ਼ਾ ਕਦੀ ਗੁਰਪੁਰਬ ਤੇ ਜਾਂ ਕਿਸੇ ਹੋਰ ਧਾਰਮਿਕ ਸਮਾਗਮ ਦੇ ਵਿੱਚ ਉਹਨਾਂ ਦੇ ਨਾਲ ਇੱਕ ਦੋ ਦਫਾ ਮੁਲਾਕਾਤ ਹੋਈ ਹੈ। ਤੇ ਮੈਂ ਸਮਝਦਾ ਕਿ ਮਾਨ ਸਾਹਿਬ ਦੀ ਜਿਹੜੀ ਸਿਆਸਤ ਹੈ ਉਹ ਪੰਜਾਬ ਦੇ ਜਿਹੜੇ ਮੁੱਦੇ ਨੇ ਤੇ ਉਹਦੇ ਤੋਂ ਜ਼ਰਾ ਅੱਜ ਕੱਲ੍ਹ ਕੁਝ ਹਟੀ ਹੋਈ ਹੈ ਤੇ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਇਹ ਵੀ ਚਾਹੁੰਦੇ ਨੇ ਕਿ ਵੀ ਜਿਹੜੇ ਸਾਡੇ ਲੋਕਲ ਸਮਾਜਿਕ ਮੁੱਦੇ ਨੇ ਵੀ ਉਹਨਾਂ ਦੇ ਉੱਤੇ ਵੀ ਜ਼ਿਕਰ ਹੋਣਾ ਚਾਹੀਦਾ ਹੈ, ਜਿਹਦੇ ਵਿੱਚ ਪੰਜਾਬੀ ਨੌਜਵਾਨ ਦਾ ਤੇਜ਼ੀ ਦੇ ਨਾਲ ਬਾਹਰ ਦੇ ਵੱਲ ਜਾਣਾ, ਇਹਦੇ ਤੇ ਤਵੱਜੋ ਹੋਣੀ ਚਾਹੀਦੀ ਹੈ। ਪੰਜਾਬ 'ਚ ਜਿਹੜੀ ਨਸ਼ੇ ਦੀ ਲੋਕ ਡੋਜ਼ ਲੈ ਰਹੇ ਹੈ, ਦਿਨੋਂ ਦਿਨ ਲੋਕ ਬਿਮਾਰ ਹੋ ਰਹੇ, ਇਹਦੇ ਤੇ ਗੱਲ ਹੋਣੀ ਚਾਹੀਦੀ ਹੈ। ਕਿਸਾਨ ਜਿਹੜਾ ਮਰ ਰਿਹਾ ਖੇਤੀ ਦੇ ਵਿੱਚ ਜੋ ਸਰਕਾਰਾਂ ਵੱਲੋਂ ਅਣਦੇਖੀ ਕਿਸਾਨਾਂ ਦੀ ਮੁੱਦਤਾਂ ਤੋਂ ਕੀਤੀ ਜਾ ਰਹੀ ਹੈ, ਇਹਦੇ ਵੱਲ ਗੱਲ ਹੋਣੀ ਚਾਹੀਦੀ ਹੈ। ਪੰਜਾਬੀ ਮਾਂ ਬੋਲੀ ਜਿਹੜੀ ਹੈ ਤੇ ਮੈਂ ਸਮਝਦਾ ਪੰਜਾਬੀ ਮਾਂ ਬੋਲੀ ਦੇ ਨਾਲ ਬਹੁਤ ਵੱਡਾ ਘਾਣ ਪੰਜਾਬੀ ਆਪ ਕਰਦੇ ਪਏ ਨੇ, ਆਪਣੇ ਘਰਾਂ 'ਚ ਨਿਆਣਿਆਂ ਨੂੰ ਉਰਦੂ ਹਿੰਦੀ ਬੋਲਣੀ ਸਿਖਾ ਰਹੇ ਨੇ ਤੇ ਜਾਂ ਅੰਗਰੇਜ਼ੀ ਬੋਲਣਾ ਚੰਗਾ ਸਮਝਦੇ ਪਏ ਨੇ। ਤੇ ਮਾਨ ਸਾਹਿਬ ਇਹਨਾਂ ਕਿਸੇ ਮੁੱਦਿਆਂ ਦੇ ਉੱਤੇ ਢੁਕਵੇਂ ਤੌਰ ਤੇ ਕਦੀ ਨਜ਼ਰ ਨਹੀਂ ਆਉਂਦੇ। ਮੈਂ ਸਮਝਦਾ ਕਿਤੇ ਨਾ ਕਿਤੇ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਬੁਨਿਆਦੀ ਮਸਲੇ ਵੀ ਜਿਹੜੇ ਪੰਜਾਬ ਦੇ ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ। ਤੁਸੀਂ ਹੁਣ ਭਾਸ਼ਾ ਦੀ ਗੱਲ ਕਰ ਹੀ ਦਿੱਤੀ ਹੈ, ਉਰਦੂ ਦੀ ਤਰਾਸਦੀ ਬਣਦੀ ਜਾ ਰਹੀ ਹੈ ਸਾਡੀ ਸਟੇਟ ਦੇ ਵਿੱਚ। ਕਿਸੇ ਸਮੇਂ ਬਹੁਤ ਭਾਸ਼ਾ ਇਹ ਬੋਲੀ ਜਾਂਦੀ ਸੀ, ਹੁਣ ਪਿੱਛੇ ਜੇ ਪਤਾ ਲੱਗਾ ਕਿ ਮਲੇਰਕੋਟਲਾ ਦਾ ਜਿਹੜਾ ਕਾਲਜ ਸੀਗਾ ਉਰਦੂ ਦੇ ਨਾਲ ਸੰਬੰਧਿਤ, ਉੱਤੇ ਵੀ ਅਸਾਮੀਆਂ ਸ਼ਾਇਦ ਖਤਮ ਕਰ ਦਿੱਤੀਆਂ ਗਈਆਂ। ਇਹਦੇ ਬਾਰੇ ਤੁਸੀਂ ਸਰਕਾਰ ਨਾਲ ਕਿਉਂ ਨਹੀਂ ਗੱਲ ਕਰਦੇ? ਦੇਖੋ ਸਾਡੀ ਮਾਂ ਬੋਲੀ ਪੰਜਾਬੀ, ਅਸੀਂ ਪਹਿਲਾਂ ਪੰਜਾਬੀ ਦੀ ਗੱਲ ਕਰਦੇ ਹਾਂ। ਅਸੀਂ ਤਾਂ ਮਸਜਿਦਾਂ ਜਦੋਂ ਜਾਂਦੇ ਲੋਕਾਂ ਨੂੰ ਕਹਿੰਦੇ ਪੰਜਾਬੀ ਬੋਲੋ, ਮੌਲਵੀਆਂ ਨੂੰ ਕਹਿੰਦੇ ਪੰਜਾਬੀ 'ਚ ਤਕਰੀਰ ਕਰੋ। ਉਰਦੂ ਇੱਕ ਖੂਬਸੂਰਤ ਜ਼ੁਬਾਨ ਹੈ ਲੇਕਿਨ ਉਹ ਮੁਸਲਮਾਨਾਂ ਦੀ ਜ਼ੁਬਾਨ ਨਹੀਂ ਹੈ, ਭਾਰਤ ਦੀ ਜ਼ੁਬਾਨ ਰਹੀ ਹੈ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਦੌਰ 'ਚ ਫਾਰਸੀ ਜਿਹੜੀ ਹੈ ਸਾਡੀ ਆਫੀਸ਼ੀਅਲ ਬੋਲੀ ਸੀ। ਪੰਜਾਬ ਦੀ ਜਿਹੜੀ ਲਿਖਤ ਹੈ, ਸਰਕਾਰੀ ਆਰਡਰਾਂ ਦੀ ਜਿਹੜੀ ਜ਼ੁਬਾਨ ਹੈ, ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਫਾਰਸੀ ਵੀ ਰਹੀ ਹੈ। ਤੇ ਕਿਤੇ ਨਾ ਕਿਤੇ ਉਰਦੂ ਨੂੰ ਸਾਂਭਣਾ ਜਿਹੜਾ ਉਹ ਤਾਂ ਜ਼ਰੂਰੀ ਹੈ ਕਿਉਂਕਿ ਤਿੰਨ ਚਾਰ ਜ਼ੁਬਾਨਾਂ ਦਾ ਐਸਾ ਖੂਬਸੂਰਤ ਮਿਸ਼ਰਣ ਹੈ, ਜਿੱਦਾਂ ਆਪਾਂ ਕਹਿੰਦੇ ਵੀ ਅਲੱਗ-ਅਲੱਗ ਚੀਜ਼ਾਂ ਬਣਾ ਕੇ ਕੋਈ ਵਧੀਆ ਸਬਜ਼ੀ ਜਾਂ ਕੋਈ ਅੱਛੀ ਡਿਸ਼ ਬਣਾਈ ਜਾ ਸਕਦੀ ਹੈ, ਜਿੱਦਾਂ ਦੁੱਧ ਤੇ ਚਾਵਲ ਤੇ ਕਾਜੂ ਬਦਾਮ ਪਾ ਕੇ ਵਧੀਆ ਖੀਰ ਬਣਾਈ ਜਾ ਸਕਦੀ ਹੈ। ਤੇ ਇੱਕ ਖੀਰ ਵਾਂਗੂ ਮਿੱਠੀ ਜ਼ੁਬਾਨ ਹੈ ਜਿਹੜੀ ਉਰਦੂ ਹੈ। ਤੇ ਕਿਤੇ ਨਾ ਕਿਤੇ ਮੈਂ ਸਮਝਦਾ ਸਰਕਾਰ ਨੂੰ ਇਹਨੂੰ ਸਾਂਭ ਕੇ ਰੱਖਣਾ ਚਾਹੀਦਾ ਔਰ ਘੱਟੋ ਘੱਟ ਇਹਦੀ ਅਸਾਮੀਆਂ ਜਿਹੜੀਆਂ ਹਰੇਕ ਸਕੂਲ ਦੇ ਵਿੱਚ ਵੀ ਇੱਕ ਅੱਧੀ ਹੋਣੀ ਚਾਹੀਦੀ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਇਸ ਖੂਬਸੂਰਤ ਜ਼ੁਬਾਨ ਦੇ ਨਾਲ ਜੁੜੇ ਰਹਿਣ। ਜੇ ਪੰਜਾਬ ਦੇ ਮੁਸਲਮਾਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁਸਲਮਾਨ ਦੀ ਜਿਹੜੀ ਸਿਆਸਤ ਹੈਗੀ ਹੈ, ਰਾਜਨੀਤੀ ਹੈਗੀ ਆ, ਉਹ ਸਿਰਫ ਮਲੇਰਕੋਟਲਾ ਤੱਕ ਸੀਮਤ ਰਹਿ ਜਾਂਦੀ ਆ। ਬਾਕੀ ਸਟੇਟ ਵਿੱਚ ਉਹਨਾਂ ਦੀ ਕਿਤੇ ਇੰਨੀ ਭਾਗੀਦਾਰੀ ਨਜ਼ਰ ਨਹੀਂ ਆਉਂਦੀ। ਅਸਲ ਦੇ 'ਚ ਗਿਣਤੀ ਘੱਟ ਹੈ ਨਾ ਜੀ, ਵੋਟ ਬੈਂਕ ਘੱਟ ਹੈ। ਬਾਕੀ ਸੀਟਾਂ ਦੇ ਉੱਤੇ ਵੋਟ ਘੱਟ ਹੈ। ਮਲੇਰਕੋਟਲੇ 'ਚ ਕਿਉਂਕਿ ਐਮਐਲਏ ਦੀ ਸੀਟ ਹੁੰਦੀ ਹੈ ਜਾਂ ਸੰਗਰੂਰ ਜਿਹੜੀ ਪਾਰਲੀਮੈਂਟ ਸੀਟ ਹੈ ਉੱਥੇ ਮੁਸਲਮਾਨਾਂ ਦੀ ਵੋਟ ਜ਼ਿਆਦਾ ਹੈ ਤੇ ਇਸ ਵਜ੍ਹਾ ਨਾਲ ਹੁਣ ਬਾਕੀ ਜਗ੍ਹਾ ਜਿੱਥੇ ਜਿੱਥੇ ਵੋਟ ਬੈਂਕ ਆਹਿਸਤਾ ਆਹਿਸਤਾ ਵਧੇਗਾ ਤੇ ਮੈਂ ਸਮਝਦਾ ਉਹਦੇ ਨਾਲ ਸਿਆਸੀ ਭਾਗੀਦਾਰੀ ਵਧੇਗੀ। ਮੇਰਾ ਆਖਰੀ ਕੁਐਸਚਨ ਹੈਗਾ, ਜਿਹੜੀ ਮੌਜੂਦਾ ਸਰਕਾਰ ਹੈ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਹੈਗੀ, ਕਿਉਂਕਿ ਉੱਥੋਂ ਹੀ ਗ੍ਰਹਿ ਜ਼ਿਲ੍ਹਾ ਹੈਗਾ ਸੰਗਰੂਰ ਤੇ ਉੱਥੇ ਮੁਸਲਿਮ ਭਾਈਚਾਰੇ ਦੀ ਆਬਾਦੀ ਜ਼ਿਆਦਾ, ਕੀ ਮੁਸਲਿਮ ਭਾਈਚਾਰੇ ਨੂੰ ਹੁਣ ਤੱਕ ਉਹਨਾਂ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਉੱਤੇ ਕਿੰਨਾ ਕੁ ਖੜੀ ਉਤਰੀ ਹੈ ਸਰਕਾਰ? ਦੇਖੋ ਪਿੱਛੇ ਜੇ ਉੱਥੇ ਮੈਡੀਕਲ ਕਾਲਜ ਬਣਾਉਣ ਦੀ ਗੱਲ ਜਿਹੜੀ ਹੈ ਚੱਲ ਰਹੀ ਹੈ, ਉਹ ਮੈਨੂੰ ਕੱਲ੍ਹ ਹੀ ਮੈਂ ਪੜ੍ਹ ਰਿਹਾ ਸੀਗਾ ਕਿ ਉਹਦੀ ਜ਼ਮੀਨ ਦੇ ਲਈ 40 ਕਰੋੜ ਰੁਪਏ ਪੰਜਾਬ ਵਕਫ ਬੋਰਡ ਵੱਲੋਂ ਰਿਲੀਜ਼ ਕੀਤਾ ਜਾ ਰਿਹਾ। ਤੇ ਮੈਂ ਸਮਝਦਾ ਸੰਗਰੂਰ ਔਰ ਮਲੇਰਕੋਟਲਾ ਡਿਸਟ੍ਰਿਕਟ ਹੁਣ ਅਲੱਗ ਤੋਂ ਬਣ ਗਿਆ, ਪਿਛਲੀ ਸਰਕਾਰ 'ਚ ਬਣਿਆ ਸੀਗਾ। ਤੇ ਅਗਰ ਇਹ ਮੌਜੂਦਾ ਗੌਰਮੈਂਟ ਉਹਦੇ ਵੱਲ ਧਿਆਨ ਦੇਗੀ ਤੇ ਹੋ ਸਕਦਾ ਹੈ ਕਿ ਉੱਥੇ ਦੀ ਜਿਹੜੀ ਮੁਸਲਮਾਨ ਘੱਟ ਗਿਣਤੀ ਹੈ ਉਹਨੂੰ ਬੜੀ ਹੱਦ ਤੱਕ ਜਿਹੜਾ ਉਹ ਫਾਇਦਾ ਹੋ ਸਕੇ ਜੀ। ਬਹੁਤ ਬਹੁਤ ਧੰਨਵਾਦ। ਸ਼ੁਕਰੀਆ। तो ये संशाई इमाम पंजाब जिन्हों ने तमाम जड़ियाँ पंजाब दे विच मुसलमान भाईचारे नूं दिक्कतां आउंदियां ने, समस्यावां आउंदियां ने, उन्हां दे बारे गल कीती है। ते इन्हां ने भाईचारक सांझ दी गल कीती है, आपसी धार्मिक एकता दी गल कीती है। इन्हां ने कहा कि पंजाब वर्गा सूबा इस दे लई एक मिसाल हैगा, सानूं रल मिल के रहना चाहिए और धर्म दे उपर जिहड़ी राजनीति है ਉਹ ਨਹੀਂ ਹੋਣੀ ਚਾਹੀਦੀ ਔਰ ਜਿਹੜੇ ਲੋਕ ਇਸ ਤਰ੍ਹਾਂ ਨੂੰ ਕਰਕੇ ਆਪਣੇ ਆਪ ਨੂੰ ਥੋੜ੍ਹੇ ਸਮੇਂ ਦੇ ਵਿੱਚ ਹਿੱਟ ਹੋਣਾ ਚਾਹੁੰਦੇ ਨੇ, ਉਹਨਾਂ ਵਾਸਤੇ ਵੀ ਇਹਨਾਂ ਨੇ ਜਿਹੜੀ ਹੈ ਨਸੀਹਤ ਦਿੱਤੀ ਹੈ। ਕੈਮਰਾਮੈਨ ਜਸਵਿੰਦਰ ਸਿੰਘ ਦੇ ਨਾਲ ਇੰਦਰਜੀਤ ਸਿੰਘ ਚਾਲ, NRA TV ਜਲੰਧਰ।